सत श्री अकाल जी। तुसीं प्राइम मिनिस्टर टैलीविजन देख रहे हो। दोस्तों मैं हाँ स्वर्ण सिंह टहना तो हर रोज़ की तरह ही प्रोग्राम खबर की खबर लैके हाजिर हाँ। पहली वड्डी खबर के वाले जाने तो पहला पंजाब के मौसम की हालबयानी करनी बनती है। लंघे कल पंजाब दे विच मौसम सोहना रहा। पंजाब दे विच जिस तरीके दे नाल 3 दिनों तो रुक रुक के मीह पिया, जिस तरीके दे नाल पंजाब दे विच हनेरी भी चली है, पंजाब दे विच कुछ थावां ते गड़े भी पैण दीयां खबरां मिलीਆਂ ते कल भी मोहाली समेत आले दुआले दे कुछ खेतरां दे विच मीह पिया, ਜਿਹਦੇ ਕਰਕੇ ਟੈਂਪਰੇਚਰ ਆ ਜਿਹੜਾ ਤਾਪਮਾਨ ਪੰਜਾਬ ਦਾ 5 ਤੋਂ ਲੈ ਕੇ 7 ਡਿਗਰੀਆਂ ਤੱਕ ਥੱਲੇ ਆਇਆ। ਮੌਸਮ ਵਿਭਾਗ ਦਾ ਇਹ ਕਹਿਣਾ ਕਿ ਆਉਂਦੇ 24 ਘੰਟਿਆਂ ਦੇ ਵਿੱਚ ਵੀ ਪੰਜਾਬ ਦਾ ਮੌਸਮ ਸੋਹਣਾ ਰਹਿਣਾ, ਗਰਮੀ ਬਹੁਤੀ ਨਹੀਂ ਪੈਣੀ। ਪਰ ਇਹ ਆਰਜ਼ੀ ਤੌਰ ਦੇ ਉੱਤੇ ਰਾਹਤ ਮਿਲ ਰਹੀ ਹੈ। ਇਹ ਗਰਮੀ ਫਿਰ ਇੱਕ ਵਾਰ 42 43 44 ਡਿਗਰੀ ਤੱਕ ਪਹੁੰਚ ਜਾਣੀ ਹੈ 2-3 ਦਿਨਾਂ ਤੱਕ, ਜੋ ਕਿ ਅੰਦਾਜ਼ੇ ਪੇਸ਼ ਕੀਤੇ ਗਏ ਆ। ਸੋ ਪੰਜਾਬ ਦੇ ਵਿੱਚ ਮੀਂਹ ਦੀ ਲੋੜ ਵੀ ਹੈ ਕਿਉਂਕਿ ਥਾਂ ਥਾਂ ਤੇ ਹੁਣ ਝੋਨਾ ਲੱਗ ਰਿਹਾ, ਹਰ ਪਾਸੇ ਝੋਨੇ ਦੀ ਲਹਿਰ ਜ਼ੋਰ ਦੇ ਉੱਤੇ ਆ। ਤੇ ਮੈਨੂੰ ਇੱਕ ਗੱਲ ਹੋਰ ਚੰਗੀ ਲੱਗੀ ਹੈ ਜਿਹੜੀ ਇਹਦੇ ਦੂਰ ਰਸੀ ਨਤੀਜੇ ਕਿਵੇਂ ਆ, ਇਹਦਾ ਆਉਂਦੇ ਸਮੇਂ ਦੇ ਵਿੱਚ ਪ੍ਰਭਾਵ ਤਜਰਬਾ ਕੀ ਨਿਕਲਦਾ, ਇਹਦੇ ਬਾਬਤ ਆਉਂਦੇ ਸਮੇਂ 'ਚ ਕਿਹੋ ਜਿਹੀਆਂ ਖਬਰਾਂ ਆਉਂਦੀਆਂ ਵਕਤ ਦੱਸੂਗਾ। ਮੇਰੇ ਬਹੁਤ ਸਾਰੇ ਸਾਥੀ, ਸ਼ਾਇਦ ਤੁਹਾਡੇ ਵੀ ਪਿੰਡਾਂ ਦੇ ਵਿੱਚ ਹੋਵੇ ਗੱਲ ਵੀ ਹੁਣ ਸੋਲਰ ਮੋਟਰਾਂ ਲੱਗਣੀਆਂ ਸ਼ੁਰੂ ਹੋਈਆਂ। ਮੇਰੇ ਕਈ ਸਾਥੀਆਂ ਨੇ ਵੀਡੀਓ ਬਣਾ ਕੇ ਵੀ ਭੇਜੀਆਂ, ਮੈਂ ਆਪ ਵੀ ਜਾ ਕੇ ਦੇਖੀਆਂ। ਪਾਣੀ ਉਹਨਾਂ ਦੇ ਵਿੱਚੋਂ ਭਾਵੇਂ ਕਿ ਕੁਝ ਕੁ ਘੱਟ ਨਿਕਲਦਾ ਉਹਨਾਂ ਮੋਟਰਾਂ ਦੇ ਰਾਹੀਂ, ਜਿਹੜੀਆਂ ਬਿਜਲੀ ਨਾਲ ਮੋਟਰਾਂ ਚੱਲਦੀਆਂ ਉਹਨਾਂ ਦੇ ਮੁਕਾਬਲਤਨ, ਪਰ ਜਿਹੜੀਆਂ ਸੋਲਰ ਮੋਟਰਾਂ ਚੱਲਦੀਆਂ ਉਹਦੇ ਕਰਕੇ ਫਸਲਾਂ ਪਲਣਯੋਗ ਆ, ਉਹਦੇ ਕਰਕੇ ਫਸਲਾਂ ਪਲ ਰਹੀਆਂ। ਇਹ ਇੱਕ ਨਵਾਂ ਤਜਰਬਾ ਪੰਜਾਬ ਦੇ ਖੇਤਾਂ ਦੇ ਵਿੱਚ ਹੋ ਰਿਹਾ ਲਗਾਤਾਰ। ਤੇ ਮੇਰੇ ਇੱਕ ਦੋਸਤ ਨੇ ਦੱਸਿਆ ਖੂਖਰ ਪਿੰਡ ਤੋਂ, ਉਹਨਾਂ ਨੇ ਗੱਲ ਕਹੀ ਹੈ ਜੀ ਕਿ ਸਾਡੇ ਪਿੰਡ ਦੇ ਵਿੱਚ 25-26 ਜਿਹੜੀਆਂ ਮੋਟਰਾਂ ਪ੍ਰਵਾਨ ਹੋ ਗਈਆਂ ਸੋਲਰ, ਤੇ 6-7 ਪਹਿਲਾਂ ਲੱਗੀਆਂ ਹੋਈਆਂ, ਤੇ ਸਾਡੇ ਪਿੰਡ ਦੇ ਵਿੱਚ 35-38 ਜਿਹੜੀਆਂ ਮੋਟਰਾਂ ਇਹ ਹੋ ਜਾਣੀਆਂ। ਉਹਨੇ ਗੱਲ ਕਹੀ ਵੀ ਪਾਣੀ ਥੋੜ੍ਹਾ ਘੱਟ ਜ਼ਰੂਰ ਆ, ਪਰ ਇਹ ਹੈ ਵੀ ਕੋਈ ਖਰਚਾ ਵੀ ਹੈ ਨਹੀਂ ਗਾ। ਮੋਟਰ ਦੇ ਉੱਤੇ 1.25 ਲੱਖ ਰੁਪਏ ਦਾ 1,40,000 ਰੁਪਏ ਦਾ ਉਹਨੇ ਕਿਹਾ ਖਰਚਾ ਆ ਰਿਹਾ। 5 ਦੀ ਮੋਟਰ ਲਾਈ ਅਸੀਂ। ਸੋ ਪੰਜਾਬ ਦੇ ਵਿੱਚ ਜੇਕਰ ਅਸੀਂ ਧਰਤੀ ਹੇਠਲਾ ਪਾਣੀ ਘੱਟ ਕੱਢਾਂਗੇ, ਇਹ ਵੀ ਬਹੁਤ ਵਧੀਆ ਗੱਲ ਹੈ। ਤੇ ਪੰਜਾਬ ਦੇ ਵਿੱਚ ਜੇਕਰ ਅਸੀਂ ਬਿਜਲੀ ਦੀ ਖਪਤ ਘੱਟ ਕਰਾਂਗੇ ਤੇ ਇਹ ਉਸ ਤੋਂ ਵੀ ਚੰਗੀ ਗੱਲ ਹੈ। ਇਹਦੇ ਨਾਲ ਪੰਜਾਬ ਦੀ ਸਰਕਾਰ ਨੂੰ ਵੀ ਰਾਹਤ ਮਿਲੂ, ਤੇ ਇਹਦੇ ਨਾਲ ਪਾਵਰਕਾਮ ਡਿਪਾਰਟਮੈਂਟ ਨੂੰ ਵੀ ਮਿਲੂ, ਤੇ ਇਹਦੇ ਨਾਲ ਕਿਸਾਨ ਨੂੰ ਵੀ ਰਾਹਤ ਮਿਲੂਗੀ। ਬਾਕੀ ਤਜਰਬਾ ਕੀ ਕਹੂਗਾ ਇਹ ਤਾਂ ਵਕਤ ਦੱਸੂਗਾ ਵੀ ਕਿੰਨੇ ਕੁ ਖੇਤ, ਕਿੰਨੇ ਕੁ ਏਕੜ ਜ਼ਮੀਨ ਪਾਲੀ ਜਾ ਸਕਦੀ ਹੈ ਇਹ ਸੋਲਰ ਮੋਟਰਾਂ ਦੇ ਨਾਲ, ਕਿੰਨਾ ਕੁ ਸਮਾਂ ਠੀਕ ਰਹਿੰਦੀਆਂ, ਕੀ ਇਹਦੇ ਦੂਰ ਰਸੀ ਨਤੀਜੇ ਆ, ਕੀ ਨੁਕਸਾਨ ਤੇ ਕੀ ਫਾਇਦੇ ਆ। ਪਰ ਪਹਿਲਾ ਪ੍ਰਭਾਵ ਚੰਗਾ ਲੱਗਦਾ। ਰਾਖੀ ਰੱਖਣ ਦੀ ਵੀ ਲੋੜ ਆ ਤੇ ਸਭ ਕੁਝ ਕਰਨ ਦੀ ਲੋੜ ਆ। ਤਜਰਬੇ ਦੇ ਵਿੱਚੋਂ ਪਤਾ ਲੱਗਦਾ ਵੀ ਭਾਈ ਕਿਹੜੀ ਗੱਲ ਸਹੀ ਤੇ ਕਿਹੜੀ ਗੱਲ ਗਲਤ ਆ। ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਸਿੱਧੂ ਮੂਸੇਵਾਲਾ ਦੇ ਕਤਲकांड ਨਾਲ ਸੰਬੰਧਿਤ। ਲੰਘੇ ਕੱਲ੍ਹ ਦਿੱਲੀ ਦੀ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਗਿਆ ਜੀ ਕਿ ਅਸੀਂ 2 ਸ਼ਾਰਪ ਸ਼ੂਟਰ ਗ੍ਰਿਫਤਾਰ ਕਰ ਲਏ ਆ। ਉਹਦੇ ਵਿੱਚੋਂ ਇੱਕ ਹੈ ਪ੍ਰਿਆਵਰਤ ਫੌਜੀ। ਪੁਲਿਸ ਦੇ ਵੱਲੋਂ ਦਾਅਵਾ ਕੀਤਾ ਗਿਆ, ਮੈਂ ਵਾਰ-ਵਾਰ ਇਸ ਖਬਰ ਦੇ ਵਿੱਚ ਇਸ ਸ਼ਬਦ ਦੀ ਵਰਤੋਂ ਕਰਨੀ ਆ। ਪੁਲਿਸ ਦੇ ਦਾਅਵੇ ਦੇ ਮੁਤਾਬਕ ਅਸੀਂ ਕਾਤਲ ਗ੍ਰਿਫਤਾਰ ਕਰ ਲਏ ਆ। ਕੁੱਲ 5 ਜਾਣੇ ਨਹੀਂ 6 ਜਾਣੇ ਸੀ, ਪਹਿਲਾਂ 5 ਦੀ ਗੱਲ ਚੱਲਦੀ ਸੀ। ਉਹ 6 ਸ਼ਾਰਪ ਸ਼ੂਟਰ ਆ ਜਿਹੜੇ ਉਹ ਆਏ ਸੀਗੇ ਇੱਥੇ ਜਵਾਰਕੇ ਪਿੰਡ ਦੇ ਵਿੱਚ। ਇਹ ਵੱਖ-ਵੱਖ ਸੂਬਿਆਂ ਦੇ ਰਹਿਣ ਵਾਲੇ ਆ। ਇਹਨਾਂ ਦੀ ਪੂਰੀ ਯੋਜਨਾ ਸੀ ਦਿੱਲੀ ਦੀ ਪੁਲਿਸ ਦੇ ਦਾਅਵੇ ਦੇ ਮੁਤਾਬਕ ਕਿ ਮਾਰਨਾ ਹੀ ਮਾਰਨਾ, ਸਿੱਧੂ ਮੂਸੇਵਾਲੇ ਨੂੰ ਕਤਲ ਕਰਨਾ ਹੀ ਕਰਨਾ। ਤੇ ਇਹਨਾਂ ਦੇ ਵੱਲੋਂ AK-47 ਦੇ ਨਾਲ ਵੀ ਮਨਪ੍ਰੀਤ ਮੰਨੂ ਦੇ ਵੱਲੋਂ ਹਮਲਾ ਕੀਤਾ ਗਿਆ। ਉਸ ਤੋਂ ਬਾਅਦ 6 ਜਣਿਆਂ ਨੇ ਆਲੇ ਦੁਆਲੇ ਖੜ੍ਹ ਕੇ ਥਾਰ ਦੇ ਉੱਤੇ ਗੋਲੀਆਂ ਦਾ ਮੀਂਹ ਵਰਾਤਾ। ਇਹ ਇੰਨੀ ਕੁ ਤਿਆਰੀ ਦੇ ਵਿੱਚ ਆਏ ਸੀ ਕਿ ਜੇਕਰ ਇੱਥੇ ਕੋਈ ਮੁਕਾਬਲਾ ਹੁੰਦਾ ਜਾਂ ਕੁਝ ਵੀ ਅਣਸੁਖਾਵਾਂ ਵਾਪਰਦਾ ਜਾਂ ਜੇਕਰ ਅਸੀਂ ਉਹਦਾ ਕਤਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਤਾਂ ਗ੍ਰਨੇਡ ਦੇ ਨਾਲ ਵੀ ਹਮਲਾ ਕਰ ਦੇਣਾ। ਪੁਲਿਸ ਦੇ ਵੱਲੋਂ ਕੀਤੇ ਗਏ ਦਾਅਵੇ ਦੇ ਮੁਤਾਬਕ ਅਸੀਂ ਕਾਤਲ 2 ਜਣੇ ਗ੍ਰਿਫਤਾਰ ਕੀਤੇ ਆ, ਬਾਕੀ 4 ਗ੍ਰਿਫਤਾਰ ਕਰ ਲੈਣੇ ਆ। ਇਹਨਾਂ ਦੇ ਕੋਲੋਂ ਅਸੀਂ ਮਾਰੂ ਹਥਿਆਰ ਵੀ ਬਰਾਮਦ ਕੀਤੇ ਆ। ਇਹ ਵੀ ਗੱਲ ਕਹੀ ਗਈ ਹੈ ਵੀ ਜਿਹੜੇ ਇੰਨੇ ਮਾਰੂ ਹਥਿਆਰ ਆ ਵੀ ਭਾਈ ਪੁੱਛੋ ਕੁਛ ਨਾ। ਇਹ ਵੀ ਗੱਲ ਕਹੀ ਗਈ ਆ ਵੀ ਇਹ ਪਹਿਲਾਂ ਵੀ ਕ੍ਰਾਈਮ ਦੇ ਨਾਲ ਸੰਬੰਧਿਤ ਆ, ਇਹ ਅਪਰਾਧਿਕ ਰਿਕਾਰਡ ਵਾਲੇ ਬੰਦੇ ਆ। ਹੁਣ ਪੰਜਾਬ ਦੀ ਪੁਲਿਸ ਇੱਥੇ ਆਪਣਾ ਕੰਮਕਾਜ ਕਰ ਰਹੀ ਹੈ। ਦਿੱਲੀ ਦੀ ਪੁਲਿਸ ਦੇ ਵੱਲੋਂ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ। ਇਹਦੇ ਬਾਬਤ ਕਿਸੇ ਦੇ ਮਨ ਦੇ ਵਿੱਚ ਕੋਈ ਸਵਾਲ ਹੋ ਸਕਦਾ, ਪਰ ਜੋ ਦਾਅਵਾ ਕੀਤਾ ਗਿਆ ਉਹਦੇ ਮੁਤਾਬਕ ਇਹੀ ਹੈ ਕਿ ਇਹ ਬਹੁਤ ਵੱਡੀ ਕਾਮਯਾਬੀ ਹੈ। ਤੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਇਹ ਚਾਹੁੰਦੇ ਆ ਕਿ ਕਾਤਲ ਗ੍ਰਿਫਤਾਰ ਹੋਣੇ ਹੀ ਚਾਹੀਦੇ ਸੀ ਤੇ ਹੋਣ ਵੀ। ਕੋਈ ਵੀ ਆ, ਕਿਸੇ ਦਾ ਵੀ ਕਾਤਲ ਆ, ਕਿਸੇ ਨੂੰ ਕਿਸੇ ਦੀ ਜਾਨ ਲੈਣ ਦਾ ਹੱਕ ਨਹੀਂ। ਅਸੀਂ ਕਿਸੇ ਨਾਲ ਵਿਚਾਰਧਾਰਕ ਤੌਰ ਦੇ ਉੱਤੇ ਅਸਹਿਮਤ ਹੋ ਸਕਦੇ ਹਾਂ, ਨਾ ਪਸੰਦ ਕਰ ਸਕਦੇ ਕਿਸੇ ਨੂੰ, ਪਰ ਕਿਸੇ ਦੀ ਜਾਨ ਲੈ ਲਈਏ ਗੱਲ ਵਾਜਬ ਨਹੀਂ। ਸੋ ਵਕਤ ਦੱਸੂਗਾ ਇਸ ਮਾਮਲੇ ਦੇ ਵਿੱਚ ਅਗਲੀਆਂ ਗ੍ਰਿਫਤਾਰੀਆਂ ਕਦੋਂ ਹੁੰਦੀਆਂ। ਪਰ ਜਿਸ ਤਰੀਕੇ ਨਾਲ ਦਿੱਲੀ ਦੀ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਗਿਆ ਉਹਦੇ ਤੋਂ ਬਾਅਦ ਮੀਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਖਬਰਾਂ ਆਈਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਦੇ ਵਿੱਚ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਤੇ ਕਸ਼ਿਸ਼ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹ ਦੋਵੇਂ ਆਪਣੇ ਤੀਜੇ ਸਾਥੀ ਕੇਸ਼ਵ ਦੇ ਨਾਲ ਗੁਜਰਾਤ ਦੇ ਮੁੰਦਰਾ ਏਅਰਪੋਰਟ ਦੇ ਨੇੜੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਲੁਕੇ ਹੋਏ ਸਨ। ਫੌਜੀ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੜੀ ਸਿਸਾਣਾ ਦਾ ਰਹਿਣ ਵਾਲਾ। ਦੂਜੇ ਪਾਸੇ ਪੂਰੇ ਕਤਲकांड ਦੇ ਮੋਡਿਊਲ ਦੇ ਵਿੱਚ ਇਹ ਲੀਡ ਕਰ ਰਿਹਾ ਸੀ। ਕੇਸ਼ਵ ਉਰਫ ਕੁਲਦੀਪ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਬੇਰੀ ਦਾ ਰਹਿਣ ਵਾਲਾ।
ਉਸ ਦੇ ਖਿਲਾਫ ਝੱਜਰ ਦੇ ਵਿੱਚ 2021 ਦੇ ਵਿੱਚ ਮਰਡਰ ਕੇਸ ਦਰਜ ਹੈ। ਕਸ਼ਿਸ਼ ਬਠਿੰਡੇ ਦਾ ਰਹਿਣ ਵਾਲਾ। ਦਿੱਲੀ ਪੁਲਿਸ ਨੇ ਖੁਲਾਸਾ ਕੀਤਾ ਕਿ ਮੂਸੇਵਾਲਾ ਦੇ ਕਤਲ ਦੇ ਵਿੱਚ ਕੁੱਲ 6 ਸ਼ਾਰਪ ਸ਼ੂਟਰ ਸ਼ਾਮਲ ਸਨ, ਜੋ ਕਰੋਲਾ ਤੇ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ। ਦਿੱਲੀ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਜੇਕਰ ਇਹ ਹਥਿਆਰ ਫੇਲ ਹੋ ਜਾਂਦੇ ਜਾਂ ਮੌਕੇ ਦੇ ਉੱਤੇ ਕੋਈ ਹੋਰ ਖਤਰਾ ਹੁੰਦਾ ਤਾਂ ਸ਼ਾਰਪ ਸ਼ੂਟਰਾਂ ਨੇ ਮੂਸੇਵਾਲਾ ਤੇ ਗ੍ਰਨੇਡ ਅਟੈਕ ਦੀ ਵੀ ਯੋਜਨਾ ਬਣਾਈ ਸੀ। ਇਸ ਤੋਂ ਇਲਾਵਾ ਸ਼ਾਰਪ ਸ਼ੂਟਰਾਂ ਨੇ ਪੁਲਿਸ ਦੀ ਵਰਦੀ ਵੀ ਲਈ ਹੋਈ ਸੀ। ਹਾਲਾਂਕਿ ਨੇਮ ਪਲੇਟ ਨਾ ਹੋਣ ਕਰਕੇ ਉਹਨਾਂ ਨੇ ਵਰਦੀ ਨਹੀਂ ਪਹਿਨੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹਨਾਂ ਸ਼ਾਰਪ ਸ਼ੂਟਰਾਂ ਨੇ ਗੋਲਡੀ ਬਰਾੜ ਨੂੰ ਕਾਲ ਕਰਕੇ ਕਿਹਾ ਕਿ ਕੰਮ ਹੋ ਗਿਆ। ਦਿੱਲੀ ਪੁਲਿਸ ਦੇ ਕਮਿਸ਼ਨਰ HGS ਧਾਲੀਵਾਲ ਨੇ ਕਿਹਾ ਕਿ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਦੇ ਲਈ 2 ਮੋਡਿਊਲ ਐਕਟਿਵ ਸਨ। ਦੋਵੇਂ ਕੈਨੇਡਾ ਬੈਠੇ ਗੈਂਗਸਟਰਾਂ ਦੇ ਟੱਚ ਦੇ ਵਿੱਚ ਸਨ। ਬਲੈਰੋ ਨੂੰ ਕਸ਼ਿਸ਼ ਚਲਾ ਰਿਹਾ ਸੀ। ਉਸ ਟੀਮ ਦਾ ਹੈੱਡ ਪ੍ਰਿਯਵਰਤ ਫੌਜੀ ਸੀ। ਉਹਦੇ ਨਾਲ ਅੰਕਿਤ ਸਿਰਸਾ ਤੇ ਦੀਪਕ ਮੁੰਡੀ ਸ਼ਾਮਿਲ ਸੀ। ਕਰੋਲਾ ਗੱਡੀ ਨੂੰ ਜਗਰੂਪ ਚਲਾ ਰਿਹਾ ਸੀ। ਮਨਪ੍ਰੀਤ ਮੰਨੂ ਉਸ ਦੇ ਨਾਲ ਬੈਠਾ ਹੋਇਆ ਸੀ। ਪਹਿਲਾਂ ਮੋਗਾ ਦੇ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਨੇ AK-47 ਨਾਲ ਮੂਸੇਵਾਲਾ ਤੇ ਫਾਇਰ ਕੀਤਾ। ਗੋਲੀ ਮੂਸੇਵਾਲਾ ਦੇ ਵੱਜੀ। ਮੂਸੇਵਾਲਾ ਦੀ ਥਾਰ ਉੱਥੇ ਹੀ ਰੁਕ ਗਈ। ਫਿਰ ਸ਼ੂਟਰ ਕਰੋਲਾ ਦੇ ਵਿੱਚੋਂ ਉਤਰੇ ਤੇ ਬਲੈਰੋ ਦੇ ਵਿੱਚੋਂ ਵੀ 4 ਜਣੇ ਉਤਰੇ। 6 ਸ਼ਾਰਪ ਸ਼ੂਟਰਾਂ ਨੇ ਫਾਇਰਿੰਗ ਕੀਤੀ। ਜਦੋਂ ਪਤਾ ਲੱਗਾ ਵੀ ਸਿੱਧੂ ਮੂਸੇਵਾਲਾ ਹੁਣ ਨਹੀਂ ਬਚੇਗਾ ਤਾਂ ਇਹ ਉੱਥੋਂ ਫਰਾਰ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੰਨੂ ਤੇ ਰੂਪਾ ਅੱਡ ਹੋ ਗਏ। ਬਾਕੀ 4 ਜਣੇ ਬਲੈਰੋ ਗੱਡੀ ਦੇ ਵਿੱਚ ਅੱਗੇ ਚਲੇ ਗਏ। ਕੁਝ ਕਿਲੋਮੀਟਰਾਂ ਤੋਂ ਬਾਅਦ ਕੇਸ਼ਵ ਨੇ ਇਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾਇਆ। ਫਿਰ ਇਹ ਸਾਰੇ ਫਤਿਆਬਾਦ ਪਹੁੰਚੇ। ਕੁਝ ਦਿਨ ਉੱਥੇ ਰੁਕਣ ਤੋਂ ਬਾਅਦ ਅੱਗੇ ਨਿਕਲੇ। ਇਹ ਕਈ ਥਾਵਾਂ ਦੇ ਵਿੱਚ ਲੁਕਦੇ ਰਹੇ। 19 ਜੂਨ ਨੂੰ ਸਵੇਰ ਦੇ ਵੇਲੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਇਹਨਾਂ ਨੂੰ ਖਾਰੀ ਮਿੱਠੀ ਰੋਡ ਮੁੰਦਰਾ ਪੋਰਟ ਦੇ ਕੋਲ ਗ੍ਰਿਫਤਾਰ ਕੀਤਾ। ਉਹਨਾਂ ਨੂੰ ਕਿਸੇ ਲੋਕਲ ਡੀਲਰ ਦੇ ਜ਼ਰੀਏ ਕਿਰਾਏ ਦਾ ਮਕਾਨ ਮਿਲਿਆ ਸੀ। ਦਿੱਲੀ ਪੁਲਿਸ ਦੇ ਮੁਤਾਬਕ ਇਹਨਾਂ ਦੋਸ਼ੀਆਂ ਦੇ ਕੋਲੋਂ ਬਹੁਤ ਮਾਰੂ ਹਥਿਆਰ ਮਿਲੇ ਨੇ। ਅੰਡਰ ਬੈਰਲ ਗ੍ਰਨੇਡ ਲਾਂਚਰ ਬਰਾਮਦ ਕੀਤਾ ਗਿਆ। AK-47 ਦੇ ਨਾਲ ਵੀ ਉਹਨੂੰ ਇਸਤੇਮਾਲ ਕੀਤਾ ਜਾ ਸਕਦਾ। ਇਸ ਤੋਂ ਇਲਾਵਾ 1 ਅਸਾਲਟ ਰਾਈਫਲ, 3 ਪਿਸਤੌਲ, 3 ਰਾਊਂਡ ਕਾਰਤੂਸ, AK ਸੀਰੀਜ਼ ਅਸਾਲਟ ਰਾਈਫਲ ਦਾ 1 ਪਾਰਟ ਵੀ ਮਿਲਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਪੁਲਿਸ ਦੇ ਵੱਲੋਂ ਸ਼ਾਰਪ ਸ਼ੂਟਰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਤੇ ਉਸ ਤੋਂ ਬਾਅਦ ਪੰਜਾਬ ਦੇ ਤੇ ਦੁਨੀਆ ਭਰ ਦੇ ਵਿੱਚ ਵਸਦੇ ਹੋਏ ਜਿਹੜੇ ਲੋਕ ਆ, ਜਿਹੜੇ ਪੰਜਾਬੀ ਆ ਜਾਂ ਗੈਰ ਪੰਜਾਬੀ ਵੀ ਆ, ਉਹਨਾਂ ਦੇ ਮਨ ਨੂੰ ਕੁਝ ਹੱਦ ਤੱਕ ਤਸੱਲੀ ਹੋ ਸਕਦੀ ਹੈ ਵੀ ਜਿਸ ਤਰੀਕੇ ਨਾਲ ਦਾਅਵਾ ਕੀਤਾ ਗਿਆ ਜੇਕਰ ਇਹ ਸਭ ਕੁਝ ਠੀਕ ਹੈ ਤਾਂ ਪੰਜਾਬ ਦੀ ਪੁਲਿਸ ਜਾਂ ਦਿੱਲੀ ਦੀ ਪੁਲਿਸ ਜਾਂ ਹਰਿਆਣੇ ਦੀ ਪੁਲਿਸ, ਜਿਹੜੀ ਵੀ ਪੁਲਿਸ ਇਹਨਾਂ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕਰ ਚੁੱਕੀ ਹੈ, ਉਹਦਾ ਧੰਨਵਾਦ ਆ ਵੀ ਉਹਨਾਂ ਨੇ ਕਾਰਵਾਈ ਪਾ ਕੇ ਦਿਖਾਈ ਆ। ਆਮ ਤੌਰ ਦੇ ਉੱਤੇ ਇਹੋ ਜਿਹੇ ਮਾਮਲਿਆਂ ਦੇ ਉੱਤੇ ਕਈ ਤਰ੍ਹਾਂ ਦੇ ਨਵੇਂ ਸਵਾਲ ਪੈਦਾ ਹੁੰਦੇ ਆ। ਹੁਣ ਕੱਲ੍ਹ ਹੀ ਇੱਕ ਸੱਜਣ ਦੇ ਵੱਲੋਂ ਸਵਾਲ ਕੀਤਾ ਗਿਆ। ਉਹਨੇ ਇਹ ਗੱਲ ਕਹੀ ਵੀ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀ ਦਿੱਲੀ ਦੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤੇ STF ਪੰਜਾਬ ਦੇ ਵਿੱਚ ਬਣੀ ਆ ਤੇ ਇਹਦੇ ਵਿੱਚ ਕੀ ਮਿਲਾਨ ਕੀਤਾ ਜਾਵੇ। ਪਰ ਇਹਦੇ ਵਿੱਚ ਮੇਰਾ ਖਿਆਲ ਵੀ ਕੋਈ ਦੋ ਰਾਇ ਨਹੀਂ ਅਸੀਂ ਮੰਨਦੇ ਵੀ ਚਲੋ ਜਿਹੜੇ ਵੀ ਸੂਬੇ ਦੀ ਪੁਲਿਸ ਨੇ ਕਾਰਵਾਈ ਪਾਈ ਆ ਉਹਦਾ ਧੰਨਵਾਦ ਕਰਨਾ ਬਣਦਾ। ਅਸਲ ਕਾਤਲ ਗ੍ਰਿਫਤਾਰ ਕੀਤੇ ਗਏ ਜੇਕਰ ਤਾਂ ਬਹੁਤ ਵਧੀਆ ਗੱਲ ਆ। ਇਹ ਹੋਰ ਵੀ ਗ੍ਰਿਫਤਾਰ ਕਰਨੇ ਚਾਹੀਦੇ ਜਿਹੜੇ ਵੀ ਸਮਾਜ ਵਿਰੋਧੀ ਅਨਸਰ ਆ, ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਭਵਿੱਖ ਦੇ ਵਿੱਚ ਕਦੇ ਵੀ ਕੁਝ ਅਣਸੁਖਾਵਾਂ ਨਾ ਵਾਪਰੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਫਿਰ ਮੈਂ ਇਹ ਗੱਲ ਕਹਿਣਾ, ਤੁਹਾਡੇ ਕਿਸੇ ਨਾਲ ਵਿਚਾਰਧਾਰਕ ਮਤਭੇਦ ਹੋ ਸਕਦੇ, ਮੇਰੇ ਵੀ ਹੋ ਸਕਦੇ, ਤੁਹਾਡੇ ਵੀ ਹੋ ਸਕਦੇ ਆ। ਤੁਸੀਂ ਕਿਸੇ ਨੂੰ ਪਸੰਦ ਨਾ ਪਸੰਦ ਕਰਦੇ ਹੋ ਸਕਦੇ ਆ, ਪਰ ਕਿਸੇ ਵੀ ਮਾਂ ਦਾ ਪੁੱਤ ਜਹਾਨੋਂ ਨਹੀਂ ਜਾਣਾ ਚਾਹੀਦਾ। ਕਿਸੇ ਵੀ ਭੈਣ ਦਾ ਵੀਰ ਜਹਾਨੋਂ ਨਹੀਂ ਜਾਣਾ ਚਾਹੀਦਾ। ਇਹ ਭਾਵੇਂ ਸਮਾਜ ਦੇ ਵਿੱਚ ਲੀਹੋਂ ਲੱਥੇ ਹੋਏ ਲੋਕਾਂ ਦੀ ਗੱਲ ਕਰੀਏ, ਭਾਵੇਂ ਲੀਹ ਦੇ ਉੱਤੇ ਚੜ੍ਹੇ ਹੋਏ ਲੋਕਾਂ ਦੀ ਗੱਲ ਕਰੀਏ, ਮਾਂ-ਬਾਪ ਕਦੇ ਨਹੀਂ ਚਾਹੁੰਦੇ ਵੀ ਸਾਡੇ ਧੀ ਪੁੱਤ ਦੀ ਮੌਤ ਹੋਵੇ। ਸੋ ਤੰਦਰੁਸਤ ਰਵੇ, ਹਰ ਕੋਈ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਪੰਜਾਬ ਦਾ ਮਾਹੌਲ ਸ਼ਾਂਤ ਰਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪੂਰੇ ਭਾਰਤ ਦੇ ਵਿੱਚ ਅਗਨੀਪਥ ਸਕੀਮ ਦੀ ਖਿਲਾਫਤ ਹੋ ਰਹੀ ਹੈ। ਹਾਲਾਂਕਿ BJP ਦੇ ਵੱਲੋਂ ਇਹ ਗੱਲ ਦੋ ਟੁਕ ਕਹਿ ਦਿੱਤੀ ਗਈ ਹੈ ਕਿ ਇਹ ਯੋਜਨਾ ਲਾਗੂ ਹੋਊਗੀ ਤੇ ਸਮਝ ਲਓ ਹੋ ਗਈ। ਭਾਰਤ ਦੀਆਂ ਤਿੰਨੇ ਸੈਨਾਵਾਂ ਦੇ ਮੁਖੀ ਨੇ ਜਿਹੜੇ, ਉਹਨਾਂ ਦੇ ਵੱਲੋਂ ਵੀ ਇਸ ਯੋਜਨਾ ਦੀ ਹਾਮੀ ਭਰੀ ਗਈ ਹੈ। ਤੇ ਪਤਾ ਲੱਗਾ ਜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਅੱਜ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੇ ਨਾਲ ਸ਼ਾਇਦ ਮੁਲਾਕਾਤ ਵੀ ਕੀਤੀ ਜਾਵੇ। ਇਹਦੇ ਬਾਬਤ ਰਿਪੋਰਟ ਹਾਲੇ ਆਉਣੀ ਬਾਕੀ ਆ। ਪਰ ਜਿਹੜੀ ਇਹ ਅਗਨੀਪਥ ਯੋਜਨਾ ਤਹਿਤ ਅਗਨੀਵੀਰ ਰੱਖੇ ਜਾਣੇ ਆ 4 ਸਾਲ ਦੇ ਲਈ, ਇਹਦੇ ਬਾਬਤ ਸਭ ਦੇ ਆਪੋ ਆਪਣੇ ਵਿਚਾਰ ਆ। ਜਿਹੜੇ ਤਾਂ BJP ਦੇ ਪੱਖ ਦੇ ਵਿੱਚ ਆ ਜਾਂ ਜਿਹੜੇ ਕੇਂਦਰ ਦੀ ਸਰਕਾਰ ਦੀਆਂ ਸਕੀਮਾਂ ਨੂੰ ਸਹੀ ਮੰਨਦੇ ਆ, ਉਹਨਾਂ ਦਾ ਇਹ ਕਹਿਣਾ ਜੀ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਕੋਈ ਗਲਤ ਕਦਮ ਨਹੀਂ ਚੁੱਕਿਆ ਗਿਆ। 4 ਸਾਲ ਦੇ ਲਈ ਰੁਜ਼ਗਾਰ ਵੀ ਮਿਲਦਾ, ਦੇਸ਼ ਦੇ ਲਈ ਕੁਝ ਕਰਨ ਦਾ ਮੌਕਾ ਵੀ ਹੈ, ਮਨੋਬਲ ਵੀ ਉੱਚਾ ਹੁੰਦਾ, ਜ਼ਿੰਦਗੀ ਦੀ ਜੀਵਨ ਸ਼ੈਲੀ ਦੇ ਉੱਤੇ ਵੀ ਅਸਰ ਪੈਂਦਾ ਤੇ ਬਹੁਤ ਕੁਝ, ਯਾਨੀ ਕਿ ਅਸੀਂ ਕੁਝ ਚੰਗਾ ਸਿੱਖਦੇ, ਕੁਝ ਚੰਗਾ ਕਰਾਂਗੇ। ਪਰ ਜਿਹੜੇ ਕਿ ਇਹਦੀ ਵਿਰੋਧਤਾ ਕਰਦੇ ਆ, ਉਹਨਾਂ ਦਾ ਇਹ ਕਹਿਣਾ ਜੀ ਕਿ 4 ਸਾਲ ਬਾਅਦ ਬੰਦਾ ਰਿਟਾਇਰ ਹੋ ਜੂ। 17 ਸਾਲ ਦੀ ਉਮਰ 'ਚ ਨੌਕਰੀ ਮਿਲੀ, 21 ਸਾਲ ਦੀ ਉਮਰ 'ਚ ਰਿਟਾਇਰ, ਤੇ ਬੰਦਾ ਕੀ ਕਹੂਗਾ ਜੀ ਕਿ ਮੈਂ ਨੌਕਰੀ ਕਰ ਹਟਿਆ ਜਾਂ ਨੌਕਰੀ ਕਰਾਂਗਾ। ਸੋ ਕਹਿਣ ਦਾ ਭਾਵ ਇਹ ਹੈ ਕਿ ਬੇਰੁਜ਼ਗਾਰੀ ਉਵੇਂ ਦੀ ਉਵੇਂ ਰਹਿ ਜਾਣੀ ਆ। ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਹ ਮੰਨਣਾ, ਤੇ ਗੱਲ ਇਹ ਸਹੀ ਵੀ ਆ।
ਦੂਜੀ ਮਹੱਤਵਪੂਰਨ ਗੱਲ ਇਹ ਹੈ ਵੀ ਲੰਘੇ ਦਿਨੀ ਇੱਕ ਕੈਲਾਸ਼ ਵਿਜੇਵਰਗੀਆ ਬੀਜੇਪੀ ਦੇ ਨੇਤਾ ਨੇ, ਸੀਨੀਅਰ ਨੇਤਾ ਨੇ, ਉਹਨਾਂ ਦਾ ਇੱਕ ਬਿਆਨ ਬੜੀ ਵਿਵਾਦਾਂ ਦੇ ਵਿੱਚ ਆਇਆ ਤੇ ਉਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਤਿੱਖਾ ਸ਼ਬਦਖਵਾਰ ਕੀਤਾ ਗਿਆ। ਕੈਲਾਸ਼ ਵਿਜੇਵਰਗੀਆ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਜੀ ਕਿ ਜਿਹੜੇ ਇਹ ਅਗਨੀਵੀਰ ਹੋਣਗੇ 4 ਸਾਲਾਂ ਬਾਅਦ ਰਿਟਾਇਰ ਹੋਣ ਵਾਲੇ, ਇਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਬੀਜੇਪੀ ਦੇ ਦਫ਼ਤਰਾਂ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਦੇਵਾਂਗੇ। ਜਦੋਂ ਵੀ ਭਰਤੀਆਂ ਹੋਇਆ ਕਰਨਗੀਆਂ ਪਹਿਲ ਦੇ ਆਧਾਰ ਦੇ ਉੱਤੇ ਰੱਖਿਆ ਕਰਾਂਗੇ ਅਗਨੀਵੀਰਾਂ ਨੂੰ। ਹੁਣ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਸਾਨੂੰ ਤੁਹਾਡਾ ਪਤਾ ਲੱਗ ਗਿਆ, ਪਹਿਲਾਂ ਹੀ ਸਾਨੂੰ ਪਤਾ ਸੀ ਵੀ ਤੁਸੀਂ ਸੋਚਦੇ ਕੀ ਹੋ। 4 ਸਾਲ ਦੇਸ਼ ਦੀ ਸੇਵਾ ਕਰੋ, ਬਾਅਦ ਦੇ ਵਿੱਚ ਬੰਦੂਕ ਫੜਾ ਕੇ ਸਿਕਿਉਰਿਟੀ ਗਾਰਡ ਬਣਾ ਦਿਓ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਵੀ ਮੈਂ ਵੀ ਚੌਕੀਦਾਰ, ਮੈਂ ਵੀ ਚੌਕੀਦਾਰ, ਮੈਂ ਵੀ ਚੌਕੀਦਾਰ ਤੁਹਾਡੀਆਂ ਮੁਹਿੰਮਾਂ ਸੀ, ਤੁਸੀਂ ਇਹ ਗੱਲ ਕਹਿਣ ਦੇ ਵਿੱਚ ਮਾਣ ਮਹਿਸੂਸ ਕਰਦੇ ਸੀ। ਹੁਣ ਤੁਸੀਂ ਸਾਡੇ ਦੇਸ਼ ਦੇ ਫੌਜੀ ਵੀਰਾਂ ਨੂੰ, ਸਾਬਕਾ ਫੌਜੀ ਵੀਰਾਂ ਨੂੰ ਤੁਸੀਂ ਚੌਕੀਦਾਰ ਬਣਾਓਗੇ, ਤੁਸੀਂ ਆਪਦੇ ਦਫ਼ਤਰਾਂ ਦੀ ਰਾਖੀ ਕਰਵਾਓਗੇ। ਸੋ ਇਹ ਗੱਲ ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਕਹੀ ਗਈ ਹੈ। ਇੱਕ ਗੱਲ ਇਹਦੇ ਵਿੱਚ ਹੋਰ ਦੱਸਣੀ ਬਣਦੀ ਹੈ ਵੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ, ਉਹ ਕਹਿੰਦੇ ਜੀ ਕਿ ਭਾਰਤ ਦੇ ਵਿੱਚ ਜਾਂ ਕਿਤੇ ਵੀ ਕੋਈ ਪਹਿਲੀ ਵਾਰ ਜਿਹੜਾ ਕੀਤਾ ਹੋਇਆ ਕੰਮ ਓਪਰਾ ਲੱਗਦਾ, ਪਰ ਬਾਅਦ ਦੇ ਵਿੱਚ ਉਹਦੇ ਦੂਰ ਰੱਸੀ ਸਿੱਟੇ ਬੜੇ ਵਧੀਆ ਨਿਕਲਦੇ ਆ। ਤੇ ਅਗਲੀ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਹੁਣ ਹਰਿਆਣੇ ਦੀਆਂ ਖਾਪ ਪੰਚਾਇਤਾਂ ਦੇ ਵੱਲੋਂ ਤੇ ਕਈ ਕਿਸਾਨ ਜਥੇਬੰਦੀਆਂ ਦੇ ਵੱਲੋਂ ਨੌਜਵਾਨ ਵਰਗ ਦੀ ਹਮਾਇਤ ਦੇ ਵਿੱਚ ਆਇਆ ਗਿਆ, ਉਹਦੇ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਵੀ ਜਦੋਂ ਕਿਸਾਨ ਅੰਦੋਲਨ ਸੀ ਉਦੋਂ ਕਿਸਾਨ ਦੇ ਹੱਕ ਦੇ ਵਿੱਚ ਜਵਾਨ ਖੜਾ ਸੀ, ਹੁਣ ਜਵਾਨ ਦਾ ਮਸਲਾ ਤੇ ਉਹਦੇ ਹੱਕ ਦੇ ਵਿੱਚ ਕਿਸਾਨ ਖੜੇ ਆ। ਸੋ ਪਤਾ ਲੱਗਾ ਜੀ ਕਿ ਲੰਘੇ ਕੱਲ ਕਿਸਾਨ ਜਥੇਬੰਦੀਆਂ ਦੇ ਵੱਲੋਂ, ਖਾਪ ਪੰਚਾਇਤਾਂ ਦੇ ਵੱਲੋਂ ਹਰਿਆਣੇ ਦੇ ਵਿੱਚ ਕਈ ਟੋਲ ਪਲਾਜ਼ੇ ਵੀ ਫ੍ਰੀ ਕਰ ਦਿੱਤੇ ਗਏ ਆ, ਉੱਥੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ। ਸੋ ਆਉਂਦੇ ਸਮੇਂ ਦੇ ਵਿੱਚ ਇਹ ਸਾਰਾ ਮਾਮਲਾ, ਇਹ ਜਿਹੜੀ ਸਕੀਮ ਦਾ ਮਾਮਲਾ, ਇਹ ਕਿਹੜਾ ਮੋੜ ਕੱਟੂਗਾ ਵਕਤ ਦੱਸੂਗਾ। ਪਰ ਕੇਂਦਰ ਦੀ ਸਰਕਾਰ ਨੇ ਗੱਲ ਕਹਿਤੀ ਹੈ ਵੀ ਇਹ ਸਕੀਮ ਬਿਲਕੁਲ ਨਹੀਂ ਵਾਪਸ ਲਈ ਜਾਊਗੀ, ਇਹ ਸਕੀਮ ਬਹੁਤ ਫਾਇਦੇਮੰਦ ਆ, ਇਹਦੇ ਫਾਇਦੇ ਹੀ ਫਾਇਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਤੇ ਜਦੋਂ ਵਿਰੋਧ ਵਧਿਆ ਤਾਂ ਫਿਰ ਇਹ ਵੀ ਗੱਲ ਕਹੀ ਗਈ ਹੈ ਵੀ ਚਲੋ 75% ਤਾਂ ਵਿਹਲੇ ਹੋ ਜਾਣਗੇ, 25% ਨੂੰ ਅਸੀਂ ਨੌਕਰੀ ਦੇ ਦੇਣੀ ਆ ਜਿਹੜੇ ਰਿਟਾਇਰ ਹੋਣ ਦੀ ਉਮਰ ਦੇ ਵਿੱਚ ਹੋਣਗੇ। ਜਿਹੜੇ ਰਿਟਾਇਰ ਹੋਏ ਹੋਣਗੇ ਉਹਦੇ ਵਿੱਚੋਂ 10% ਨੂੰ ਰਾਖਵਾਂਕਰਨ ਮਿਲੂਗਾ ਗ੍ਰਹਿ ਵਿਭਾਗ ਦੀਆਂ ਤੇ ਰੱਖਿਆ ਵਿਭਾਗ ਦੀਆਂ ਭਰਤੀਆਂ ਦੇ ਵਿੱਚ। ਇਹਦੇ ਨਾਲ ਹੁਣ ਕਿੰਨੀ ਕੁ ਸੰਤੁਸ਼ਟੀ ਮਿਲੂਗੀ ਵਕਤ ਦੱਸੂਗਾ, ਪਰ ਹਾਲ ਦੀ ਘੜੀ ਵਿਰੋਧ ਜਾਰੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਹਵਾਈ ਸੈਨਾ ਤੋਂ ਬਾਅਦ ਆਰਮੀ ਨੇ ਵੀ ਅਗਨੀਪਥ ਸਕੀਮ ਦੇ ਤਹਿਤ ਭਰਤੀ ਦੇ ਲਈ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਅਗਨੀਵੀਰਾਂ ਦੀ ਭਰਤੀ ਦੇ ਲਈ ਜੁਲਾਈ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ। ਨੋਟੀਫਿਕੇਸ਼ਨ ਦੇ ਮੁਤਾਬਕ ਇਹਦੇ ਵਿੱਚ 8ਵੀਂ ਤੇ 10ਵੀਂ ਪਾਸ ਨੌਜਵਾਨ ਵੀ ਅਪਲਾਈ ਕਰ ਸਕਦੇ ਨੇ। ਨੋਟੀਫਿਕੇਸ਼ਨ ਦੇ ਵਿੱਚ ਯੋਗਤਾ ਸ਼ਰਤਾਂ, ਭਰਤੀ ਪ੍ਰਕਿਰਿਆ, ਤਨਖਾਹ ਭੱਤਿਆਂ ਤੋਂ ਲੈ ਕੇ ਸਰਵਿਸ ਰੂਲਸ ਦਾ ਇੱਕ ਬਿਊਰਾ ਤੇ ਆਨਲਾਈਨ ਰਜਿਸਟ੍ਰੇਸ਼ਨ ਦੇ ਲਈ ਵੀ ਦੱਸਿਆ ਗਿਆ। ਅਗਨੀਪਥ ਯੋਜਨਾ ਦੇ ਤਹਿਤ 4 ਸਾਲ ਦੇ ਲਈ ਭਰਤੀ ਕੀਤੀ ਜਾਣੀ ਹੈ। ਸੈਨਾ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲੌਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਕਿ ਕੁਝ ਰਿਫਾਰਮ ਤੁਹਾਨੂੰ ਅਵੱਲੇ ਲੱਗ ਸਕਦੇ ਨੇ, ਯਾਨੀ ਕਿ ਅਪ੍ਰਿਆ ਲੱਗ ਸਕਦੇ ਨੇ, ਪਰ ਇਹ ਦੇਸ਼ ਦੇ ਲਈ ਲੰਮੇ ਸਮੇਂ ਤੱਕ ਫਾਇਦੇਮੰਦ ਸਾਬਤ ਹੋਣਗੇ। ਨੋਟੀਫਿਕੇਸ਼ਨ ਦੇ ਮੁਤਾਬਕ ਭਰਤੀ ਦੇ ਵਾਸਤੇ ਰਜਿਸਟ੍ਰੇਸ਼ਨ ਜੁਲਾਈ ਤੋਂ ਕਰਾਏ ਜਾ ਸਕਣਗੇ। ਸੈਨਾ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਅਗਨੀਵੀਰ ਸੈਨਾ ਵਿੱਚ ਇੱਕ ਅਲੱਗ ਰੈਂਕ ਹੋਵੇਗਾ, ਇਹ ਮੌਜੂਦਾ ਕਿਸੇ ਰੈਂਕ ਦੇ ਨਾਲ ਨਹੀਂ ਹੋਵੇਗਾ ਤੇ 5 ਗ੍ਰੇਡ ਦੇ ਵਿੱਚ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਹ ਗ੍ਰੇਡ ਨੇ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਟੈਕਨੀਕਲ, ਅਗਨੀਵੀਰ ਕਲਰਕ, ਇਸ ਤਰੀਕੇ ਦੀਆਂ ਡਿਊਟੀਆਂ ਨੇ। ਤੇ ਭਰਤੀ ਦੇ ਵਾਸਤੇ ਯੋਗਤਾਵਾਂ ਦੇ ਬਾਰੇ ਵੀ ਵੇਰਵਾ ਸਾਂਝਾ ਕਰਨਾ ਬਣਦਾ ਹੈ ਕਿ ਜਨਰਲ ਅਹੁਦਿਆਂ ਦੇ ਉੱਤੇ ਭਰਤੀ ਦੇ ਲਈ ਕੈਂਡੀਡੇਟ ਨੂੰ 10ਵੀਂ ਦੇ ਵਿੱਚ ਘੱਟੋ ਘੱਟ 45% ਨੰਬਰ ਲੈਣੇ ਹੋਣਗੇ ਜ਼ਰੂਰੀ। ਟੈਕਨੀਕਲ ਐਵੀਏਸ਼ਨ ਤੇ ਇਮਿਊਨੇਸ਼ਨ ਅਹੁਦਿਆਂ ਦੇ ਲਈ ਫਿਜ਼ਿਕਸ, ਕੈਮਿਸਟਰੀ, ਮੈਥ ਤੇ ਇੰਗਲਿਸ਼ ਦੇ ਵਿੱਚ 50% ਨੰਬਰਾਂ ਦੇ ਨਾਲ 12ਵੀਂ ਪਾਸ ਹੋਣੀ ਜ਼ਰੂਰੀ ਹੈ। ਕਲਰਕ ਤੇ ਸਟੋਰ ਕੀਪਰ ਅਹੁਦਿਆਂ ਦੇ ਲਈ ਕੈਂਡੀਡੇਟ ਨੂੰ ਕਿਸੇ ਵੀ ਸਟਰੀਮ ਦੇ ਨਾਲ ਘੱਟੋ ਘੱਟ 60% ਨੰਬਰਾਂ ਦੇ ਨਾਲ 12ਵੀਂ ਪਾਸ ਹੋਣੀ ਜ਼ਰੂਰੀ ਹੈ ਤੇ ਅੰਗਰੇਜ਼ੀ ਤੇ ਹਿਸਾਬ ਦੇ ਵਿੱਚ 50% ਨੰਬਰ ਹੋਣੇ ਜ਼ਰੂਰੀ ਨੇ। ਟ੍ਰੇਡਮੈਨ ਦੇ ਅਹੁਦਿਆਂ ਵਾਸਤੇ 10ਵੀਂ ਤੇ 8ਵੀਂ ਦੀਆਂ ਵੱਖ-ਵੱਖ ਭਰਤੀਆਂ ਕੀਤੀਆਂ ਜਾਣਗੀਆਂ। ਸੋ ਇਸ ਤਰੀਕੇ ਦੇ ਨਾਲ ਇਹ ਸਾਰੇ ਵੇਰਵੇ ਦਰਜ ਕੀਤੇ ਗਏ ਨੇ ਤੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਭਰਤੀ ਹੁਣ ਸ਼ੁਰੂ ਹੋ ਜਾਣੀ ਹੈ ਤੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਸਭਨਾਂ ਬੀਜੇਪੀ ਦੇ ਆਗੂਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਲੋਕਾਂ ਦੇ ਵਾਸਤੇ, ਜਵਾਨੀ ਵਾਸਤੇ ਫਾਇਦੇਮੰਦ ਹੋਵੇਗਾ ਸਭ ਕੁਝ। ਵਿਰੋਧ ਕਰਨ ਵਾਲਿਆਂ ਦੀ ਕੋਈ ਤੁਕ ਨਹੀਂ ਬਣਦੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਵਕਤ ਬਿਆਨ ਕਰੂਗਾ ਵੀ ਭਾਈ ਕਿਹੜੀ ਚੀਜ਼ ਦਾ ਕਿੰਨਾ ਫਾਇਦਾ ਤੇ ਕਿਹੜੀ ਚੀਜ਼ ਦਾ ਕਿੰਨਾ ਨੁਕਸਾਨ ਆ। ਪਰ ਇੱਕ ਗੱਲ ਜ਼ਰੂਰ ਆ ਵੀ ਜਦੋਂ ਲੋਕ ਇਹ ਗੱਲ ਕਹਿੰਦੇ ਕਿ ਇਹ ਸਾਨੂੰ ਠੀਕ ਨਹੀਂ ਜਾਪਦੀ ਤਾਂ ਫਿਰ ਲੋਕਾਂ ਦੀ ਆਮ ਤੌਰ ਤੇ ਸਰਕਾਰਾਂ ਮੰਨ ਲੈਂਦੀਆਂ ਹੁੰਦੀਆਂ ਹੋਰ ਦੇਸ਼ਾਂ ਦੀਆਂ। ਪਰ ਭਾਰਤ ਦੀ ਸਰਕਾਰ ਤਾਂ 1 ਸਾਲ ਤੋਂ ਵੱਧ ਸਮੇਂ ਬਾਅਦ ਖੇਤੀ ਕਾਨੂੰਨ ਵਾਪਸ ਲੈਣ ਬਾਰੇ ਮੰਨੀ ਸੀ। ਸੋ ਹੁਣ ਉਹੀ ਗੱਲ, ਉਹੀ ਰੱਟ ਫੇਰ ਆ। ਉਦੋਂ ਵੀ ਕੁਝ ਆਗੂ ਇਹ ਗੱਲ ਕਹਿੰਦੇ ਸੀ ਵੀ ਮੁੱਠੀ ਭਰ ਕਿਸਾਨ ਨੇ, ਵੱਡੀ ਗਿਣਤੀ 'ਚ ਕਿਸਾਨ ਖੇਤੀ ਕਾਨੂੰਨ ਦੇ ਪੱਖ ਦੇ ਵਿੱਚ ਨੇ।
ਹੁਣ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਤਾਂ ਅਗਨੀਪਥ ਸਕੀਮ ਦੇ ਪੱਖ ਦੇ ਵਿੱਚ ਨੇ, ਮੁੱਠੀ ਭਰ ਵਿਰੋਧੀਆਂ ਦੇ ਵੱਲੋਂ ਪਲਾਂਟ ਕੀਤੇ ਹੋਏ ਨੌਜਵਾਨ ਹੀ ਇਹਦੀ ਖਿਲਾਫਤ ਕਰ ਰਹੇ ਨੇ। ਇੱਕ ਗੱਲ ਬੜੀ ਕਲੀਅਰ ਹੈ ਵੀ ਨੌਜਵਾਨ ਪਲਾਂਟ ਕੀਤੇ ਹਨ ਜਾਂ ਨਹੀਂ ਹਨ, ਮੈਂ ਇਹਦੇ ਉੱਤੇ ਬਿਲਕੁਲ ਸਹੀ ਨਹੀਂ ਪਾਉਂਦਾ। ਮੇਰੀ ਨਜ਼ਰ ਦੇ ਵਿੱਚ ਨੌਜਵਾਨਾਂ ਦਾ ਵੱਡਾ ਹਿੱਸਾ ਜਿਹੜਾ ਉਹ ਆਪਣੀ ਮਰਜ਼ੀ ਮੁਤਾਬਕ, ਆਪਣੇ ਸੁਭਾਅ ਮੁਤਾਬਕ ਜਾਂ ਆਪਣੀ ਇੱਛਾ ਮੁਤਾਬਕ ਤੇ ਜਾਂ ਆਪਣੀ ਆਜ਼ਾਦੀ ਦੇ ਮੁਤਾਬਕ ਇਹ ਪ੍ਰਗਟਾਵਾ ਕਰ ਰਿਹਾ। ਉਹਨਾਂ ਨੂੰ ਇਹ ਗੱਲ ਠੀਕ ਨਹੀਂ ਲੱਗਦੀ, ਉਹਨਾਂ ਨੇ ਪ੍ਰਗਟਾਵਾ ਕੀਤਾ, ਆਪਾਂ ਇਹ ਨਹੀਂ ਗੱਲ ਕਹਿ ਸਕਦੇ ਵੀ ਇਹ ਫਲਾਣਿਆਂ ਦੇ ਭੇਜੇ ਹੋਏ ਆ। ਪਰ ਦੂਜੀ ਗੱਲ ਮੈਂ ਵਿਰੋਧ ਕਰਨ ਵਾਲਿਆਂ ਨੂੰ ਵੀ ਬੇਨਤੀ ਦੇ ਰੂਪ ਦੇ ਵਿੱਚ ਕਰਦਾ ਕਿ ਦੇਖੋ, ਵਿਰੋਧ ਕਰਨਾ ਸਾਡਾ ਅਧਿਕਾਰ ਆ, ਪਰ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣਾ ਸਾਡੇ ਅਧਿਕਾਰ ਦੇ ਵਿੱਚ ਨਹੀਂ ਆਉਂਦਾ। ਗੱਡੀਆਂ ਨੂੰ ਸਾੜ ਦੇਣਾ, ਜਨਤਕ ਜਾਇਦਾਦ ਦਾ ਨੁਕਸਾਨ ਕਰਨਾ, ਇਹ ਕਿਸੇ ਵੀ ਪਾਸਿਓਂ ਵਾਜਬ ਗੱਲ ਨਹੀਂ ਹੈ। ਇਹ ਜਨਤਾ ਦੇ ਪੈਸੇ ਨਾਲ ਹੀ ਬਣੀਆਂ ਹੋਈਆਂ ਥਾਵਾਂ, ਅਸੀਂ ਆਪਣੀ ਥਾਂ ਦਾ, ਆਪਣੇ ਪੈਸੇ ਦਾ ਆਪੇ ਨੁਕਸਾਨ ਕਰ ਰਹੇ ਹਾਂ। ਸੋ ਵਿਰੋਧ ਅਸੀਂ ਗੱਡੀਆਂ ਸਾੜ ਕੇ ਨਹੀਂ ਕਰ ਸਕਦੇ, ਕਿਸੇ ਦੀ ਜਾਨ ਲੈ ਕੇ ਕਰਨ ਦਾ ਸਾਨੂੰ ਕੋਈ ਅਧਿਕਾਰ ਨਹੀਂ। ਪਰ ਹਾਂ, ਕੇਂਦਰ ਦੀ ਸਰਕਾਰ ਨੂੰ ਇਸ ਗੱਲ ਦੇ ਉੱਤੇ ਜ਼ਰੂਰ ਅਮਲ ਕਰਨਾ ਚਾਹੀਦਾ ਵੀ ਜੇਕਰ ਜਵਾਨੀ ਦਾ ਵੱਡਾ ਹਿੱਸਾ ਇਹ ਗੱਲ ਕਹਿਣਾ ਵੀ ਨਹੀਂ, ਇਹਦਾ ਸਾਨੂੰ ਮਨਜ਼ੂਰ ਨਹੀਂ, ਤਾਂ ਇਹ ਨਾ ਕੁਝ ਕੀਤਾ ਜਾਵੇ ਤਾਂ ਜੋ ਇਹਦੇ ਦੂਰ ਰਸੀ ਨਤੀਜੇ ਮਾੜੇ ਨਾ ਨਿਕਲਣ। ਬਾਕੀ ਸਮਾਂ ਦੱਸੂਗਾ ਵੀ ਭਾਈ ਕਿੰਨਾ ਕੁ ਹਰਖ ਮੱਠਾ ਪੈਂਦਾ ਤੇ ਕਿੰਨਾ ਕੁ ਹਰਖ ਚੱਲਦਾ ਰਹਿੰਦਾ, ਇਹ ਸਮੇਂ ਨੇ ਸਾਰਾ ਕੁਝ ਬਿਆਨ ਕਰਨਾ। ਅਸੀਂ ਸਾਰਿਆਂ ਨੇ ਉਹ ਵੀਡੀਓ ਦੇਖੀ ਤੇ ਤੁਸੀਂ ਵੀ ਭਾਵੁਕ ਹੋਏ ਹੋਵੋਗੇ, ਨਿੱਜੀ ਤੌਰ ਦੇ ਉੱਤੇ ਮੈਂ ਵੀ ਹੋਇਆ। ਗੁਰਦੁਆਰਾ ਕਰਤਾ ਪ੍ਰਵਾਨ ਕਾਬਲ ਦੇ ਵਿੱਚ, ਅਫਗਾਨਿਸਤਾਨ ਦੇ ਸ਼ਹਿਰ ਕਾਬਲ ਦੇ ਵਿੱਚੋਂ ਗੁਰਦੁਆਰਾ ਕਰਤੇ ਪ੍ਰਵਾਨ ਦੇ ਵਿੱਚੋਂ ਜਦੋਂ ਸਿੱਖ ਭਾਈਚਾਰੇ ਦੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਮਰਿਆਦਾ ਦੇ ਮੁਤਾਬਕ ਲਿਆਂਦਾ ਗਿਆ, ਇੱਕ ਪਾਸੇ ਉੱਥੇ ਜਾਨ ਦਾ ਖਤਰਾ ਸੀ, ਗੁਰਦੁਆਰਾ ਸਾਹਿਬ ਦੇ ਵਿੱਚ ਹਮਲਾ ਕੀਤਾ ਗਿਆ, 2 ਜਣਿਆਂ ਦੀ ਮੌਤ ਹੋਈ ਹੈ, ਤੇ ਉਸ ਦੇ ਬਾਵਜੂਦ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਪੂਰੀ ਮਰਿਆਦਾ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਾਜ਼ਰ ਨਾਜ਼ਰ ਸਰੂਪ ਨੂੰ ਜਿਸ ਤਰੀਕੇ ਦੇ ਨਾਲ ਉਹ ਲੈ ਕੇ ਆਏ ਆ, ਤੇ ਮੈਨੂੰ ਉਸ ਗੱਲ ਨੂੰ ਵੇਖ ਕੇ, ਉਸ ਵੀਡੀਓ ਨੂੰ ਦੇਖ ਕੇ ਭਾਵੁਕਤਾ ਵੀ ਹੋਈ ਆ ਕਿ ਯਾਰ ਇੱਕ ਜਜ਼ਬਾ ਇਹ ਵੀ ਹੁੰਦਾ, ਇੱਕ ਗੁਰੂ ਦੇ ਲਈ ਮਰ ਮਿਟਣ ਦਾ ਜਜ਼ਬਾ ਇਹ ਵੀ ਹੁੰਦਾ, ਮਰਿਆਦਾ ਕਿਵੇਂ ਰੱਖੀ ਜਾਂਦੀ ਹੈ ਇਹਦਾ ਵੀ ਪਤਾ ਲੱਗਦਾ। ਪਰ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਸਵਿੰਦਰ ਸਿੰਘ ਨਾਂ ਦੇ ਇੱਕ ਸਿੱਖ ਵਿਅਕਤੀ ਦੀ ਮੌਤ ਤੋਂ ਬਾਅਦ ਉਹਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਚਿੱਠੀ ਲਿਖੀ ਗਈ ਹੈ, ਕਿਉਂਕਿ ਸਵਿੰਦਰ ਸਿੰਘ ਉਹ ਵਿਅਕਤੀ ਆ ਜਿਹੜੇ ਦੋਵਾਂ ਦੇ ਵਿੱਚੋਂ ਇੱਕ ਦੀ ਮੌਤ ਹੋਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਗੁਰਦੁਆਰਾ ਕਰਤੇ ਪ੍ਰਵਾਨ ਦੇ ਵਿੱਚ। ਉਸ ਚਿੱਠੀ ਦਾ ਵੇਰਵਾ ਕੀ ਹੈ ਪਹਿਲਾਂ ਇਹ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕ ਸਵਿੰਦਰ ਸਿੰਘ ਦੇ ਪੁੱਤਰ ਅਜਮੀਤ ਸਿੰਘ ਨੂੰ ਪੱਤਰ ਲਿਖ ਕੇ ਦੁੱਖ ਪ੍ਰਗਟਾਇਆ। ਉਹਨਾਂ ਪੱਤਰ ਦੇ ਵਿੱਚ ਲਿਖਿਆ, ਮੈਨੂੰ ਬਹੁਤ ਹੀ ਦੁੱਖ ਹੈ ਕਿ ਸਵਿੰਦਰ ਸਿੰਘ ਜੀ ਦੀ ਹਮਲੇ ਵਿੱਚ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਨੇ ਮਨੁੱਖਤਾ ਦਾ ਭਲਾ ਕਰਨ ਦੀਆਂ ਸਿੱਖਿਆਵਾਂ ਦਿੱਤੀਆਂ ਨੇ। ਸਵਿੰਦਰ ਸਿੰਘ ਦੇ ਵਿੱਚ ਵੀ ਇਹ ਸਾਰੇ ਗੁਣ ਸਨ ਤੇ ਉਹਨਾਂ ਦੀ ਮੌਤ ਤੋਂ ਬਾਅਦ ਸਾਰੇ ਹੀ ਵਿਅਕਤੀਆਂ ਨੂੰ ਬਹੁਤ ਦੁੱਖ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਸਵਿੰਦਰ ਸਿੰਘ ਅਫਗਾਨਿਸਤਾਨ ਦੇ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਬਹੁਤ ਹੀ ਚੰਗੇ ਤੇ ਵੱਡੇ ਨੁਮਾਇੰਦੇ ਸਨ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਉਹਨਾਂ ਕਿਹਾ ਕਿ ਸਵਿੰਦਰ ਸਿੰਘ ਦੀਆਂ ਯਾਦਾਂ ਤੇ ਉਹਨਾਂ ਦਾ ਜੀਵਨ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਪ੍ਰੇਰਨਾ ਦਿੰਦਾ ਰਹੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਭਾਰਤ ਦੀ ਸਰਕਾਰ ਨੂੰ ਇਹ ਪ੍ਰਬੰਧ ਕਰਨੇ ਚਾਹੀਦੇ ਆ, ਇਹੋ ਜਿਹਾ ਤੁਣਕਾ ਇੱਕ ਵਾਰੀ ਵੱਜਣਾ ਚਾਹੀਦਾ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕਿਸੇ ਵੀ ਭਾਰਤੀ ਦਾ ਕੋਈ ਨੁਕਸਾਨ ਨਾ ਹੋਵੇ ਤੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕਿਸੇ ਧਾਰਮਿਕ ਸਥਾਨ ਦਾ ਕੋਈ ਨੁਕਸਾਨ ਨਾ ਕਰ ਸਕੇ। ਸਿੱਖ ਜਿੱਥੇ ਵੀ ਗਏ ਉਹਨਾਂ ਨੇ ਆਪਣੀ ਇੱਕ ਅਡਰੀ ਪਛਾਣ ਦੇ ਨਾਲ ਗੁਰੂ ਸਾਹਿਬਾਨ ਦੇ ਵੱਲੋਂ ਦਰਸਾਏ ਗਏ ਮਾਰਗ ਦੇ ਉੱਤੇ ਚੱਲਦਿਆਂ ਇੱਕ ਲਾਮਿਸਾਲ ਸੇਵਾ ਦੀ ਮਿਸਾਲ ਪੈਦਾ ਕੀਤੀ ਹੈ। ਪਰ ਜੇਕਰ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਟੈਕ ਹੋਣ ਲੱਗ ਪਏ ਤਾਂ ਫਿਰ ਆਪਾਂ ਕਿਵੇਂ ਕਵਾਂਗੇ ਜੀ ਕਿ ਸਾਡਾ ਧਰਮ ਵੀ ਸੁਰੱਖਿਅਤ ਹੈ ਤਾਂ ਸਾਡੇ ਸਿੱਖ ਭਾਈਚਾਰੇ ਦੇ ਲੋਕ ਵੀ ਸੁਰੱਖਿਅਤ ਆ। ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਇਕੱਲੇ ਗੁਰਦੁਆਰੇ ਨਹੀਂ, ਜੇ ਕਿਸੇ ਮੰਦਿਰ ਦੇ ਵਿੱਚ ਇੱਦਾਂ ਹੋਵੇ ਤਾਂ ਵੀ ਬਹੁਤ ਮਾੜੀ ਗੱਲ ਹੈ, ਕਿਸੇ ਮਸਜਿਦ ਦੇ ਵਿੱਚ ਹੋਵੇ ਤਾਂ ਵੀ ਬਹੁਤ ਮਾੜੀ ਗੱਲ ਹੈ, ਗਿਰਜਾ ਘਰ ਦੇ ਵਿੱਚ ਹੋਵੇ ਤਾਂ ਵੀ ਬਹੁਤ ਮਾੜੀ ਗੱਲ ਹੈ। ਧਰਮ ਸਾਨੂੰ ਨਫ਼ਰਤਾਂ ਮਿਟਾਉਣ ਦੇ ਲਈ ਕਹਿੰਦੇ ਆ ਤੇ ਅਸੀਂ ਧਾਰਮਿਕ ਥਾਵਾਂ ਦੀ ਵਰਤੋਂ ਜਿਹੜੀ ਕੁਝ ਕੁ ਦਹਿਸ਼ਤਗਰਦ ਇਸ ਰੂਪ ਦੇ ਵਿੱਚ ਕਰ ਰਹੇ ਆ ਕਿ ਰਹਿ ਕੇ ਦੁੱਖ ਹੁੰਦਾ। ਪਰ ਇਹ ਸਾਰੇ ਵਰਤਾਰੇ ਦੇ ਵਿੱਚ ਜਿੱਥੇ ਅਸੀਂ ਪਰਮਾਤਮਾ ਦੇ ਮੂਹਰੇ ਅਰਦਾਸ ਕਰਦੇ ਹਾਂ ਕਿ ਭਾਣਾ ਮੰਨਣ ਦਾ ਬਲ ਬਖਸ਼ੇ ਪੀੜਤ ਪਰਿਵਾਰ ਨੂੰ, ਇਹਦੇ ਨਾਲ ਨਾਲ ਉਹਨਾਂ ਸਿੱਖਾਂ, ਉਹਨਾਂ ਜਾਂਬਾਜ਼ਾਂ ਦੀ, ਉਹਨਾਂ ਸ਼ਰਧਾਵਾਨਾਂ ਦੀ, ਉਹਨਾਂ ਸ਼ਰਧਾਲੂਆਂ ਦੀ ਹਿੰਮਤ ਨੂੰ ਦਾਦ ਵੀ ਦਿੰਦੇ ਆ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ, ਜੋ ਕਿ ਅਸੀਂ ਵੀਡੀਓ ਦੇ ਵਿੱਚ ਵੇਖਿਆ, ਉਹ ਸੁਰੱਖਿਅਤ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲੈ ਕੇ ਆਏ ਆ। ਸੋ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਸ ਮਾਮਲੇ ਦੇ ਉੱਤੇ ਲੋਕਾਂ ਦੀ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਲਈ ਵੀ ਯਤਨ ਕੀਤੇ ਜਾਣ, ਧਾਰਮਿਕ ਗ੍ਰੰਥਾਂ ਦੀ ਸੁਰੱਖਿਆ ਦੇ ਵੀ ਯਤਨ ਕੀਤੇ ਜਾਣ, ਧਾਰਮਿਕ ਸਥਾਨਾਂ ਦੀ ਵੀ ਸੁਰੱਖਿਆ ਦੇ ਯਤਨ ਕੀਤੇ ਜਾਣ। ਇਹ ਕੁਝ ਭਾਰਤ ਦੇ ਵਿੱਚ ਵੀ ਕਈ ਵਾਰ ਹੁੰਦਾ ਵੀ ਭਾਈ ਘੱਟ ਗਿਣਤੀਆਂ ਦੇ ਉੱਤੇ ਹਮਲਿਆਂ ਦੀਆਂ ਖਬਰਾਂ ਆਉਂਦੀਆਂ ਤੇ ਦੁਨੀਆ ਦੇ ਵੱਖ-ਵੱਖ ਹੋਰ ਹਿੱਸਿਆਂ ਦੇ ਵਿੱਚ ਵੀ ਇਹ ਕੁਝ ਹੁੰਦਾ ਜਿਹਦੇ ਕਰਕੇ ਕਾਲਜੇ ਦੇ ਵਿੱਚ ਚੀਸ ਪੈਂਦੀ ਹੈ। ਦੁਨੀਆ ਭਰ ਦੇ ਵਿੱਚ ਵਸਦੇ ਲੋਕਾਂ ਨੇ ਉਹ ਵੀਡੀਓ ਦੇਖ ਕੇ ਬੇਹੱਦ ਦੁੱਖ ਮਨਾਇਆ।
ਭਵਿੱਖ ਦੇ ਵਿੱਚ ਕਦੇ ਇਦਾਂ ਨਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।